ਸੋ ਮੈਨੂੰ ਲੱਗਦਾ ਕਿ ਹੁਣ ਪੰਜਾਬ ਨੂੰ ਐਜੂਕੇਸ਼ਨ ਤੇ ਜਿੰਨੀ ਜਾਨ ਲੱਗ ਸਕਦਾ ਉਹ ਲਾ ਦੇ। ਪਿੰਡ ਹੋਏਗਾ ਤੇ ਐਂਟਰਪ੍ਰੀਨਿਓਰ ਬਣੇਗਾ, ਪਿੰਡ ਹੋਏਗਾ ਤੇ ਉਹ ਜਜ਼ਬਾ ਪੈਦਾ ਹੋਏਗਾ। ਅੱਜ ਤੁਸੀਂ ਮੈਨੂੰ ਇੱਥੇ ਕੱਢ ਕੇ ਦਿੱਲੀ 'ਚ ਆਫਿਸ ਬਣਾ ਦਿਓ ਤੇ ਖਤਮ ਹੋ ਜਾਏਗਾ, ਪਿੰਡ ਵੀ ਖਤਮ ਹੋ ਜਾਏਗਾ, ਜਜ਼ਬਾ ਵੀ ਖਤਮ ਹੋ ਜਾਏਗਾ ਤੇ ਬਿਜ਼ਨਸ ਵੀ ਜਿੱਦਾਂ ਲੋਕ ਕਰ ਰਹੇ ਉੱਦਾਂ ਹੀ ਹੋਏਗਾ। ਸੋ ਪਿੰਡ ਤੋਂ ਬਿਨਾ, ਪਹਿਚਾਨ ਤੋਂ ਬਿਨਾ, ਕੌਜ਼ ਤੋਂ ਬਿਨਾ, ਜਿਹੜੀ ਉਸ ਚੀਜ਼ ਦੇ ਪਿੱਛੇ ਸੋਚ ਆ ਉਸ ਤੋਂ ਬਿਨਾ ਬਿਜ਼ਨਸ ਵੀ ਨਹੀਂ ਹੋ ਸਕਦਾ। ਮੈਂ ਖੁਦ ਇਸ ਦਰਦ ਨੂੰ ਹੰਡਾਇਆ ਵੀ ਆ ਜਾਂ ਦੇਖਦੀ ਵੀ ਆ। ਮੈਂ ਆਪਣੀ ਫੈਮਿਲੀ, ਆਪਣੇ ਕਜ਼ਨਸ ਦੇ ਵਿੱਚ ਹਰ ਤਰਫ ਦੇਖਦੀ ਹਾਂ ਕਿ ਨਹੀਂ, ਇੱਕ ਵਾਰ ਜਦੋਂ ਕੋਈ ਚੱਲ ਜਾਂਦਾ, ਕਿਉਂਕਿ ਮੈਂ ਵੀ ਇੰਨਾ ਟਰੈਵਲ ਕੀਤਾ, ਮੈਂ ਵੀ US ਬਹੁਤ ਵਾਰ ਗਈ ਹਾਂ, ਦੁਬਈ ਗਈ ਹਾਂ। ਮੈਨੂੰ ਪਤਾ ਕਿ ਉਹ ਜਿਹੜੀਆਂ ਧਰਤੀ ਆ ਉਹ ਇੰਨੀ ਅਟਰੈਕਟਿਵ ਆ ਕਿ ਸਾਨੂੰ ਵਾਕਈ ਉਹ ਮਟੀਰੀਅਲਿਸਟਿਕ ਚੀਜ਼ ਇੱਕ ਵਾਰੀ ਸਾਨੂੰ ਭੁਲਾ ਦਿੰਦੀ ਆ ਸਾਰਾ ਕੁਝ। ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਹੜੀ ਧਰਤੀ ਨੇ ਤੁਹਾਨੂੰ ਬਣਾਇਆ, ਠੀਕ ਹੈ, ਤੁਸੀਂ ਸਮਝੋ ਕਿ ਪੰਜਾਬ 'ਚ ਪਲੇ ਹੋ, ਤੁਸੀਂ ਪੰਜਾਬ ਦੀ ਧਰਤੀ ਤੋਂ ਆਪਾਂ ਕਿੱਥੇ ਖਾਣਾ ਖਾ ਰਹੇ ਹਾਂ, ਇੱਥੇ ਪਲ ਰਹੇ ਹਾਂ, ਇਹਦੀ ਆਬੋ ਹਵਾ ਯੂਜ਼ ਕਰ ਰਹੇ। ਮੇਰੀ ਸੋਚ ਇਹ ਆ, ਮੈਂ ਡਿਫਰ ਕਰ ਸਕਦੀ ਹਾਂ ਦੂਜਿਆਂ ਨਾਲੋਂ, ਕਿ ਉਸੇ ਨੂੰ ਵਾਪਸ ਦੇਣਾ ਜਿਹੜਾ ਬੜਾ ਜ਼ਰੂਰੀ ਆ। ਇਹਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਅੰਗਰੇਜ਼ੀ ਬੋਲਣ ਨਾਲ ਤੇ ਜਾਂ ਜ਼ਿਆਦਾ ਘਰਾਂ ਦੀ ਬਣਤਰ ਵਧੀਆ ਹੀ ਅਮੀਰੀ ਹੁੰਦੀ ਆ। ਮੈਂ ਪਹਿਲਾਂ ਵੀ ਹਮੇਸ਼ਾ ਦੱਸਦੀ ਕਿ ਇੱਕ ਚੰਗੀ ਔਲਾਦ ਹੋਣਾ ਵੀ ਅਮੀਰੀ ਹੁੰਦੀ ਆ। ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਆਪਣੀ ਐਨਰਜੀ, ਆਪਣਾ ਟਾਈਮ, ਆਪਣੀ ਪੜ੍ਹਾਈ ਅਸੀਂ ਆਪਣੇ ਕੰਟਰੀ 'ਚ ਵੀ ਇਨਵੈਸਟ ਕਰਦੇ ਹਾਂ ਤੇ ਲੱਖਾਂ ਅਸੀਂ ਇੱਥੇ ਵੀ ਕਮਾ ਸਕਦੇ ਹਾਂ। ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਜਾ ਕੇ ਵਸ ਗਏ ਨੇ, ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਪੰਜਾਬ 'ਚ ਰਹੂਗਾ ਕੌਣ। ਤਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। 1000 ਤੋਂ ਵੱਧ ਪਾਸਪੋਰਟ ਰੋਜ਼ ਦੇ ਤਿਆਰ ਹੋ ਰਹੇ ਨੇ। ਤਾਂ ਇਸ ਵਿੱਚ ਇੱਕ ਮਿਸ਼ਨ PR ਪੰਜਾਬ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਤਾਂ ਮਨਦੀਪ ਕੌਰ ਟਾਂਗਰਾ ਹਣਾ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਮਿਸ਼ਨ PR ਪੰਜਾਬ ਕੀ ਹੈ। ਅਸੀਂ ਕੰਟਰੀ ਦੀ PRਸ਼ਿਪ ਤੇ ਜ਼ਰੂਰ ਦੇਖੀ ਸੀ, ਲੇਕਿਨ ਪਹਿਲੀ ਵਾਰ ਦੇਖ ਰਹੇ ਹਾਂ ਕਿਸੇ ਸਟੇਟ ਦੀ PR ਵਾਸਤੇ ਤੁਸੀਂ ਆਵਾਜ਼ ਬੁਲੰਦ ਕੀਤੀ ਹੈ। ਸੋ PR ਦਾ ਆਪਾਂ ਜਦੋਂ ਫੁੱਲ ਫਾਰਮ ਦੇਖਦੇ ਹਾਂ ਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਹੈ ਨਾ, ਤੇ ਕਈ ਲੋਕ ਕਹਿੰਦੇ ਕਿ ਨੈਕਸਟ ਸਟੈਪ ਸਿਟੀਜ਼ਨਸ਼ਿਪ ਹੁੰਦਾ। ਮੈਂ ਕਿਉਂਕਿ ਹਰ ਪੰਜਾਬੀ ਜਿਹੜਾ ਕਿ ਬਾਹਰ ਜਾਣਾ ਚਾਹੁੰਦਾ, ਉਹਦੀ ਪਹਿਲੀ ਜਿਹੜੀ ਆ ਉਹ ਮੰਗ ਇਹੀ ਆ ਕਿ PR ਹੋਵੇ ਮੇਰੇ ਕੋਲ ਦੂਸਰੇ ਦੇਸ਼ ਦੀ। ਸੋ ਸਿਰਫ ਮੈਂ ਉੱਥੋਂ ਇੱਕ ਜਾਗਰੂਕਤਾ ਪੈਦਾ ਕਰਨ ਲਈ ਇਸ ਵਰਡ ਨੂੰ ਮੈਂ ਪਿਕ ਕੀਤਾ ਹੈ ਕਿ ਪਰਮਾਨੈਂਟ ਰੈਜ਼ੀਡੈਂਟ ਨੇ ਜਿਹੜੇ ਸਾਡੇ ਪੰਜਾਬ ਦੇ, ਜਿਹੜੇ ਸਿਟੀਜ਼ਨ ਨੇ ਸਾਡੇ ਪੰਜਾਬ ਦੇ, ਉਹ ਇਹ ਮਹਿਸੂਸ ਕਰਨ ਕਿ ਸਾਡੇ ਕੋਲ ਵੀ ਕਿਸੇ ਕੰਟਰੀ ਦੀ, ਕਿਸੇ ਧਰਤੀ ਦੀ PRਸ਼ਿਪ ਹੈਗੀ। ਜ਼ਰੂਰੀ ਨਹੀਂ ਕਿ ਅਸੀਂ ਅੰਦਰੋਂ ਆਪਣੇ ਇਹ ਚਾਹਤ ਪੈਦਾ ਕਰਨੀ ਹੈ ਕਿ ਬਾਹਰ ਜਾਈਏ ਤੇ ਉੱਥੇ ਹੀ ਸਾਨੂੰ PR ਮਿਲੇ। ਤੁਹਾਡੀ PR ਇਸੇ ਪਿੰਡ ਦੀ? ਹਾਂ, ਮੇਰੀ PR ਤੇ ਟਾਂਗਰੇ ਦੀ ਆ। ਨਹੀਂ, ਪਰ ਪਿੰਡ ਦੀ ਹੈ ਨਾ। ਹਾਂ, ਪਰ ਤੁਸੀਂ ਪਿੰਡ ਨੂੰ ਆਪਣੀ PR ਮੰਨਦੇ ਹੋ? ਹਾਂ, ਜਿਹੜੀ ਧਰਤੀ ਨੂੰ ਤੁਸੀਂ ਅਸੀਂ ਇਸ ਪਿੰਡ 'ਚ ਖੜੇ ਹਾਂ। ਅਸੀਂ ਇਸ ਕਰਕੇ ਤੁਹਾਡਾ ਅੱਜ ਇਹਨਾਂ ਦਾ ਸਫ਼ਰ ਲੈ ਕੇ ਚੱਲੇ ਹਾਂ। ਇਸ ਕਰਕੇ ਤੁਹਾਨੂੰ ਦਿਖਾਉਣ ਆਏ ਹਾਂ ਕਿ ਪਿੰਡ ਤੋਂ ਸ਼ੁਰੂ ਹੋ ਕੇ ਇਹਨਾਂ ਦੇ ਮਨਦੀਪ ਕੌਰ ਟਾਂਗਰਾ ਜਿਹੜਾ ਪਿੰਡ ਦਾ ਇੱਕ ਵਿਜ਼ਨ ਆ, ਉਹਦੇ 'ਚ ਵੀ ਅਸੀਂ ਸਾਂਝੀ ਕਰਾਂਗੇ। ਪਰ ਮੈਡਮ, ਕੀ ਕਮਜ਼ੋਰੀਆਂ ਕਿੱਥੇ ਨੇ, ਗਲਤੀਆਂ ਕਿੱਥੇ ਨੇ, ਕਮੀਆਂ ਕਿੱਥੇ ਨੇ, ਜਿਸ ਕਰਕੇ ਕਿ ਅੱਜ ਇਸ ਤਰ੍ਹਾਂ ਦੀ ਨੌਬਤ ਆ ਗਈ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਲੱਭਣ ਵਾਸਤੇ ਮੁਹਤਾਜ ਹੋ ਗਏ? ਕਮਜ਼ੋਰੀ ਸਭ ਤੋਂ ਪਹਿਲਾਂ ਮੈਂ ਤੇ ਇਹੀ ਮੰਨਾਂਗੀ ਕਿ ਜਦੋਂ ਮੇਬੀ 84 ਦਾ ਦੌਰ ਸੀ ਤੇ ਉਦੋਂ ਬਹੁਤ ਫੈਮਲੀਜ਼ ਨੂੰ ਜਾਣਾ ਵੀ ਪੈ ਗਿਆ। ਮੈਂ ਕਈ ਵਾਰੀ ਇਸ ਚੀਜ਼ ਨੂੰ ਪੰਜਾਬ 'ਚ ਜਿਹੜੀ ਉਸ ਸਮੇਂ ਦੀ ਬੜਾ ਟਫ ਟਾਈਮ ਸੀ, ਉਹਨੂੰ ਇੱਕ ਬੜਾ ਵੱਡਾ ਮਾਨਸਿਕ ਤੌਰ ਤੇ ਉਸ ਚੀਜ਼ ਦਾ ਯੋਗਦਾਨ ਮੰਨਦੀ ਹਾਂ ਕਿ ਉਹਦੇ ਕਾਰਨ ਸ਼ਾਇਦ ਬਹੁਤ ਪਰਿਵਾਰ ਉੱਜੜ ਗਏ, ਕਿਉਂਕਿ ਉਹ ਆਪਣੀ ਜਿਹੜੀ ਆ ਉਹ ਚਾਹੁੰਦੇ ਨੇ ਕਿ ਸੇਫਟੀ ਚਾਹੁੰਦੇ ਨੇ। ਠੀਕ ਹੈ, ਸੋ ਪਹਿਲੀ ਗੱਲ ਤੇ ਇਹੀ ਕਿ ਸੇਫਟੀ ਇੱਕ ਬਹੁਤ ਵੱਡਾ ਰੀਜ਼ਨ ਆ। ਦੂਸਰਾ, ਐਜੂਕੇਸ਼ਨ ਤੇ ਬਹੁਤ ਹੀ ਕੰਮ ਹੋਣ ਵਾਲਾ ਹੈ। ਸਾਡੇ ਪੱਲੇ ਕੁਝ ਹੋਏਗਾ ਤੇ ਅਸੀਂ ਕੁਝ ਕਰਾਂਗੇ। ਪਹਿਲਾਂ ਅਸੀਂ ਐਜੂਕੇਸ਼ਨ ਨੂੰ ਥੋੜਾ ਜਿਹਾ ਇਹ ਮੰਨਦੇ ਸੀ ਕਿ ਐਜੂਕੇਟਿਡ ਨਹੀਂ ਆ ਤੇ ਜੌਬ ਕਿੱਥੇ ਕਰਾਂਗੇ, ਕੀ ਹੋਏਗਾ। ਪਰ ਅੱਜ ਦੇਖੋ ਕਿ ਜੇ ਤੁਸੀਂ ਐਜੂਕੇਟਿਡ ਹੋ ਤੇ ਜਿਹੜਾ ਵਰਲਡ ਆ ਉਹ ਗਲੋਬਲ ਆ। ਤੁਸੀਂ ਇੰਟਰਨੈਟ ਦੇ ਥਰੂ ਵੀ ਚੰਗੀਆਂ ਜੌਬਸ ਜਿਹੜੀਆਂ ਕਰ ਸਕਦੇ ਹੋ। ਪਰ ਅੱਜ ਵੀ ਅਸੀਂ ਜੇ ਸੋਚੀਏ ਕਿ ਪੰਜਾਬ 'ਚ ਨੌਕਰੀਆਂ ਨਹੀਂ ਆ, ਤੇ ਪਰ ਇਹ ਤੁਹਾਨੂੰ ਸਮਝ ਹੋਣੀ ਚਾਹੀਦੀ ਕਿ ਪੰਜਾਬ ਵਿੱਚ ਬਹਿ ਕੇ ਅਸੀਂ ਪੂਰੇ ਵਰਲਡ ਦੀਆਂ ਨੌਕਰੀਆਂ ਕਰ ਸਕਦੇ ਹਾਂ। ਅੱਜ ਉਹ ਟਾਈਮ ਆ ਗਿਆ। ਪਰ ਪੰਜਾਬ ਕੋ ਐਜੂਕੇਸ਼ਨ ਨਹੀਂ ਆ, ਪੰਜਾਬ ਕੋ ਉਹਨੇ ਮਿਹਨਤੀ ਜਿਹੜੇ ਆ ਨੌਜਵਾਨ ਨਹੀਂ ਆ, ਸਾਰੇ ਨਹੀਂ ਅਸੀਂ ਮਿਹਨਤੀ। ਸੋ ਮੈਨੂੰ ਲੱਗਦਾ ਕਿ ਹੁਣ ਪੰਜਾਬ ਨੂੰ ਐਜੂਕੇਸ਼ਨ ਤੇ ਜਿੰਨੀ ਜਾਨ ਲੱਗ ਸਕਦਾ ਉਹ ਲਾ ਦੇਣੀ ਚਾਹੀਦੀ। ਪਰ ਤੁਹਾਡਾ ਸਫ਼ਰ ਇਸੇ ਪਿੰਡ ਤੋਂ ਸ਼ੁਰੂ ਹੋਇਆ ਸੀ। ਪਿੰਡ ਤੋਂ ਇਸ ਕਰਕੇ ਸ਼ੁਰੂਆਤ ਕੀਤੀ ਹੈ ਇਸ ਪੂਰੀ ਚਰਚਾ ਦੀ, ਕਿਉਂਕਿ ਇਸ ਸਫ਼ਰ ਇਸ ਪਿੰਡ ਤੋਂ ਸ਼ੁਰੂ ਹੋਇਆ ਤਾਂ ਪਿੰਡ ਤੋਂ ਵੱਧਦਾ ਹੋਇਆ ਸਫ਼ਰ ਇੱਕ ਵੱਡੀ ਇਮਾਰਤਾਂ ਤੱਕ ਪਹੁੰਚਿਆ। ਇਮਾਰਤਾਂ ਵੀ ਤੁਹਾਨੂੰ ਦਿਖਾ ਰਹੇ ਹਾਂ, ਇਸ ਇਮਾਰਤ ਅੰਦਰ ਲੈ ਕੇ ਵੀ ਚੱਲਾਂਗੇ ਔਰ ਉਸ ਵਿਜ਼ਨ ਨੂੰ ਵੀ ਤੁਹਾਨੂੰ ਦਿਖਾਵਾਂਗੇ। ਲੇਕਿਨ ਮੈਡਮ, ਕਾਰਨ ਕੀ ਹੈ ਕਿ ਮਨਦੀਪ ਕੌਰ ਟਾਂਗਰਾ ਇੱਕ ਹੀ ਕਿਉਂ?
ਹਾਂ, ਇੱਕ ਨਹੀਂ ਆ, ਬਹੁਤ ਨੇ ਲੋਕ ਆਪਣੀ ਆਪਣੀ ਜਗ੍ਹਾ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਤੁਸੀਂ ਆਪ ਇੰਨੀ ਅੱਛੀਆਂ ਇੰਟਰਵਿਊਜ਼ ਕਰਦੇ ਹੋ। ਮਨਦੀਪ ਕੌਰ ਟਾਂਗਰਾ ਇੱਕ ਨਹੀਂ ਆ, ਮਨਦੀਪ ਕੌਰ ਟਾਂਗਰਾ ਬਹੁਤ ਨੇ, ਪਰ ਠੀਕ ਆ, ਉਨੀਆਂ ਨਹੀਂ ਨੇ ਜਿੰਨੀਆਂ ਪੰਜਾਬ ਨੂੰ ਲੋੜ ਆ। ਤੇ ਦੂਸਰਾ, ਲੋਕ ਥੋੜੇ ਇਹ ਸੋਚਦੇ ਆ, ਮੈਂ ਵੀ ਕਈ ਵਾਰੀ ਜਦੋਂ ਡੀਮੋਟੀਵੇਟ ਹੋ ਜਾਂਦੀ ਤੇ ਸੋਚਦੀ ਆ ਕਿ ਪਹਿਲਾਂ ਆਪਣਾ ਤੇ ਦੇਖ ਲਈਏ, ਠੀਕ ਆ। ਸੋ ਲੋਕ ਜਿਹੜੇ ਆ ਉਹ ਆਪਣਾ ਇੰਨਾ ਵਕਤ ਨਹੀਂ ਕੱਢ ਪਾਉਂਦੇ ਕਿ ਦੂਸਰਿਆਂ ਨੂੰ ਵੀ ਮੋਟੀਵੇਟ ਕਰਨ। ਸ਼ਾਇਦ ਮੇਰਾ ਨਾਮ ਉਹਨਾਂ ਚੋਂ ਆਉਂਦਾ ਕਿ ਜਿਹੜੇ ਵਕਤ ਕੱਢਦੇ ਨੇ ਕਿ ਅਸੀਂ ਦੂਸਰਿਆਂ ਨੂੰ ਵੀ ਆਪਣੇ ਵਰਗਾ ਬਣਾਈਏ, ਆਪਣੇ ਤੋਂ ਬਿਹਤਰ ਇਹ ਬਣਾਈਏ। ਵਿਚਾਰ ਪਿੰਡ ਦੀ ਕੁੜੀ ਦੇ ਨੇ ਕਿ ਐਂਟਰਪ੍ਰੈਨਿਓਰ ਦੇ ਨੇ? ਹਾਂ ਹਾਂ, ਪਿੰਡ ਦੀ ਕੁੜੀ ਦੇ ਦੋਨੋਂ ਸਵਾਲ ਹੈ ਮੇਰੇ ਤੁਹਾਡੇ। ਪਿੰਡ ਹੋਏਗਾ ਤੇ ਐਂਟਰਪ੍ਰੈਨਿਓਰ ਬਣੇਗਾ, ਪਿੰਡ ਹੋਏਗਾ ਤੇ ਉਹ ਜਜ਼ਬਾ ਪੈਦਾ ਹੋਏਗਾ। ਅੱਜ ਤੁਸੀਂ ਮੈਨੂੰ ਇੱਥੇ ਕੱਢ ਕੇ ਦਿੱਲੀ 'ਚ ਆਫਿਸ ਬਣਾ ਦਿਓ ਤੇ ਖਤਮ ਹੋ ਜਾਏਗਾ, ਪਿੰਡ ਵੀ ਖਤਮ ਹੋ ਜਾਏਗਾ, ਜਜ਼ਬਾ ਵੀ ਖਤਮ ਹੋ ਜਾਏਗਾ ਤੇ ਬਿਜ਼ਨਸ ਵੀ ਜਿੱਦਾਂ ਲੋਕ ਕਰ ਰਹੇ ਉਦਾਂ ਹੀ ਹੋਏਗਾ। ਸੋ ਪਿੰਡ ਤੋਂ ਬਿਨਾ, ਪਹਿਚਾਨ ਤੋਂ ਬਿਨਾ, ਕਾਜ਼ ਤੋਂ ਬਿਨਾ, ਜਿਹੜੀ ਉਸ ਚੀਜ਼ ਦੇ ਪਿੱਛੇ ਸੋਚ ਆ, ਉਸ ਤੋਂ ਬਿਨਾ ਬਿਜ਼ਨਸ ਵੀ ਨਹੀਂ ਹੋ ਸਕਦਾ। ਤੁਸੀਂ ਕੀ ਦਿੱਕਤਾਂ ਦੇਖੀਆਂ ਤੁਸੀਂ ਅੱਜ ਤੱਕ ਜਿਹੜੀਆਂ ਕਿ ਬਤੌਰ ਪਿੰਡ ਦੀ ਇੱਕ ਜਿਹੜੇ ਰਹਿਣ ਵਾਲੀ ਕੁੜੀ ਨੂੰ ਇੱਕ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਉਹ ਆਖਿਰਕਾਰ ਉਹ ਕੀ ਸਮਝਦੀ ਹੈ? ਦਿੱਕਤਾਂ ਮੈਂ ਹੀ ਦੇਖਿਆ ਕਿ ਜਿਹੜਾ ਇੱਕ ਆਮ ਬੱਚਾ ਵਾ, ਵੱਡਾ ਸੁਪਨਾ ਤੇ ਲੈ ਸਕਦਾ ਵਾ। ਕਈ ਵਾਰੀ ਬੱਚੇ ਜਿਹੜੇ ਉਹ ਵੱਖ-ਵੱਖ ਚੀਜ਼ਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਦੁਨੀਆ 'ਚ ਕੀ ਚੱਲ ਰਿਹਾ, ਪਰ ਜਦੋਂ ਉਹਦੇ ਕੋਲ ਐਜੂਕੇਸ਼ਨ ਆ ਜਾਂਦੀ ਮੇਰੇ ਵਾਂਗੂ ਤੇ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ। ਤੁਸੀਂ, ਮੇਰਾ ਸਵਾਲ ਫਿਰ ਹੈ ਕਿ ਬੱਚਿਆਂ ਨੂੰ ਰੱਖਣ ਵਾਸਤੇ ਮਿਸ਼ਨ ਪੀਆਰ ਪੰਜਾਬ ਕਰ ਰਹੇ ਹੋ? ਜਿਹੜੇ ਹਜੇ ਵੀ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਰੱਖਣ ਵਾਸਤੇ ਮਿਸ਼ਨ ਪੀਆਰ ਸ਼ੁਰੂ ਕੀਤਾ ਹੈ, ਨਾ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਜਾ ਚੁੱਕੇ ਨੇ ਉਹਨਾਂ ਨੂੰ ਵਾਪਸ ਬੁਲਾਉਣ ਲਈ ਨਹੀਂ ਮੈਂ ਸੋਚਦੀ। ਮੈਂ ਇਹ ਜ਼ਰੂਰ ਸੋਚਦੀ ਕਿ ਜਿਹੜੇ ਇੱਥੇ ਹੀ ਨੇ ਉਹ ਕਿੱਦਾਂ ਇੱਥੇ ਹੀ ਫੀਲ ਕਰਨ ਕਿ ਨਹੀਂ, ਸਾਡਾ ਦੇਸ਼ ਹੈ, ਸਾਡਾ ਦੇਸ਼ ਹੈ। ਤੁਹਾਡਾ ਮਿਸ਼ਨ ਪੀਆਰ ਪੰਜਾਬ ਹੈ ਤਾਂ ਪਿੰਡ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦੂਜੇ ਸਫ਼ਰ ਤੇ ਲੈ ਕੇ ਚੱਲਨੇ ਆ। ਤਾਂ ਤੁਸੀਂ ਵੇਖੋ ਕਿ ਇਹਨਾਂ ਨੇ ਇੱਥੇ ਸ਼ੁਰੂ ਕੀਤਾ, ਤਾਂ ਇਸ ਪੂਰੀ ਜਗ੍ਹਾ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਨੇ ਆ ਕਿ ਆਖਿਰਕਾਰ ਹੈ ਕੀ ਹੈ। ਇਧਰ ਬੋਰਡ ਤੁਸੀਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਸ ਵੇਲੇ, ਇਹ ਪਿੰਡ ਟਾਂਗਰਾ ਦੀ ਇੱਕ ਕੰਪਨੀ ਦਾ ਹੈ। ਤਾਂ ਮਿਸ਼ਨ ਪੀਆਰ ਪੰਜਾਬ ਦੀ ਗੱਲਬਾਤ ਕਰਾਂਗੇ ਕਿਉਂਕਿ ਮਨਦੀਪ ਕੌਰ ਟਾਂਗਰਾ ਹਣਾਵਰ ਸੇ ਸਾਰੀ ਦੁਨੀਆ ਜਾਣਦੀ ਹੈ। ਮੈਡਮ ਲੈ ਕੇ ਚੱਲੋਗੇ ਅੱਜ ਆਪਣੇ ਪਿੰਡ ਦੇ ਵਿੱਚ? ਆਓ ਤੁਹਾਨੂੰ ਆਪਣੇ ਪਿੰਡ ਦੀ ਕੰਪਨੀ ਦਿਖਾਣਾ। ਢਾਬੇ 'ਚ ਰੋਟੀ ਖਾਧੀ ਪਿੰਡ 'ਚ ਬਹੁਤ ਸਾਰੀ, ਪਰ ਪਿੰਡ ਦੇ ਵਿੱਚ ਕਾਰਪੋਰੇਟ ਕਲਚਰ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਦਾ। ਹਾਂ, ਪਰ ਤੁਹਾਨੂੰ ਦੱਸਣਾ ਚਾਹੁੰਦੀ ਕਿ ਵਾਕਈ ਪੂਰੇ ਪ੍ਰੋਪਰ ਪਿੰਡ ਦੇ ਵਿੱਚ ਹੀ ਅਸੀਂ ਇਹ ਚੀਜ਼ ਕਰ ਪਾਏ ਆ। ਇਹ ਵਾਕਈ ਅਲੱਗ ਚੀਜ਼ ਹੈ। ਪਿੰਡ ਟਾਂਗਰਾ ਦੇ ਕਾਰਪੋਰੇਟ ਆਫਿਸ 'ਚ ਮੌਜੂਦ ਆ, ਪਰ ਸਵਾਲ ਹੈ ਮਿਸ਼ਨ ਪੀਆਰ ਪੰਜਾਬ। ਫਿਰ ਮੈਂ ਉਸ ਗੱਲ ਤੇ ਆ ਰਿਹਾ, ਮਿਸ਼ਨ ਪੀਆਰ ਪੰਜਾਬ, ਕਿਉਂਕਿ ਤੁਹਾਡਾ ਹੈਸ਼ਟੈਗ ਦਿੱਤਾ ਹੋਇਆ ਹੈ, ਇਸ ਕਰਕੇ ਤੁਹਾਨੂੰ ਸਵਾਲ ਪੁੱਛਣਾ ਬਣਦਾ ਹੈ। ਸਵਾਲ ਤਾਂ ਪੁੱਛਾਂਗੇ ਜੀ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਿਸ਼ਨ ਪੀਆਰ ਪੰਜਾਬ ਕਿਸ ਤਰ੍ਹਾਂ ਬੱਚੇ ਦੇਖਣ, ਕਿਉਂਕਿ ਇੱਥੇ +2 ਤੋਂ ਬਾਅਦ ਕਹਿੰਦੇ 10ਵੀਂ ਤੋਂ ਬਾਅਦ ਕਹਿੰਦੇ ਨਾ ਬੱਚੇ ਨੂੰ ਕਹਿੰਦੇ ਇੱਧਰ ਨਾ ਦੇਖ ਇੱਧਰ ਵੇਖ, ਕਹਿੰਦੇ ਕਿਉਂ? ਕਹਿੰਦੇ ਇੱਧਰ ਕੈਨੇਡਾ ਹੈਗਾ, ਇਸ ਕਰਕੇ ਦੀ ਗੱਲਾਂ ਕੀਤੀਆਂ ਜਾਂਦੀਆਂ। ਇਸ ਕਰਕੇ ਮੈਂ ਤੁਹਾਨੂੰ ਮਿਸ਼ਨ ਪੀਆਰ ਪੰਜਾਬ ਦੀ ਗੱਲ ਕਰ ਰਿਹਾ। ਸੋ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਸਾਡੇ ਸੰਸਕਾਰ ਆ ਕਿ ਅਸੀਂ ਪੇਰੈਂਟਸ ਦੇ ਨਾਲ ਰਹਿਣਾ, ਉਹਨਾਂ ਨੂੰ ਦੇਖਣਾ। ਅਸੀਂ ਬਾਹਰ ਵੀ ਕਿਉਂ ਜਾ ਰਹੇ ਹਾਂ? ਕਿਉਂਕਿ ਅਸੀਂ ਆਪਣੇ ਪੇਰੈਂਟਸ ਦਾ ਧਿਆਨ ਰੱਖਣਾ ਚਾਹੁੰਦੇ, ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ, ਪਰ ਅਸੀਂ ਇਹ ਨਾ ਭੁੱਲੀਏ ਕਿ ਉੱਥੇ ਜਾ ਕੇ ਹੌਲੀ ਹੌਲੀ ਸਾਡਾ ਮੋਹ ਟੁੱਟ ਜਾਂਦਾ ਤੇ ਕਿਵੇਂ ਅਸੀਂ ਉੱਥੇ ਹੀ ਵਸ ਜਾਂਦੇ ਹਾਂ। ਅਸੀਂ ਇਹ ਵੀ ਚੀਜ਼ ਨੂੰ ਮੰਨ ਲੈਂਦੇ ਹਾਂ ਕਿ ਨਹੀਂ, ਹੁਣ ਮੇਰੇ ਪੇਰੈਂਟਸ ਅਲੱਗ ਤੇ ਮੈਂ ਅਲੱਗ ਰਵਾਂਗਾ। ਜਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਆ ਇਸ ਚੀਜ਼ ਨੂੰ ਚੂਜ਼ ਕਰਦੇ ਆ ਕਿ ਉਹ ਵਾਕਈ ਆਪਣੇ ਬੱਚਿਆਂ ਤੋਂ ਅਲੱਗ ਰਹਿਣਾ ਚੂਜ਼ ਕਰ ਲੈਂਦੇ, ਕਿਉਂਕਿ ਉਹ ਆਪਣੇ 40-40 50-50 ਸਾਲ ਜਿੱਥੇ ਉਹ ਇੱਕ ਪਿੰਡ ਵਿੱਚ ਰਹੇ ਉਹਨੂੰ ਨਹੀਂ ਛੱਡ ਸਕਦੇ। ਤਾਂ ਤੁਸੀਂ ਇਸ ਦਰਦ ਨੂੰ ਦੇਖਿਆ? ਹਾਂ ਬਿਲਕੁਲ, ਮੈਂ ਖੁਦ ਇਸ ਦਰਦ ਨੂੰ ਹੰਡਾਇਆ ਵੀ ਆ ਜਾਂ ਦੇਖਦੀ ਵੀ ਆ। ਮੈਂ ਆਪਣੀ ਫੈਮਿਲੀ, ਆਪਣੇ ਕਜ਼ਨਸ ਦੇ ਵਿੱਚ ਹਰ ਤਰਫ ਦੇਖਦੀ ਹਾਂ ਕਿ ਨਹੀਂ, ਇੱਕ ਵਾਰ ਜਦੋਂ ਕੋਈ ਚੱਲ ਜਾਂਦਾ, ਕਿਉਂਕਿ ਮੈਂ ਵੀ ਇੰਨਾ ਟਰੈਵਲ ਕੀਤਾ, ਮੈਂ ਵੀ US ਬਹੁਤ ਵਾਰ ਗਈ ਹਾਂ, ਦੁਬਈ ਗਈ ਹਾਂ। ਮੈਨੂੰ ਪਤਾ ਕਿ ਉਹ ਜਿਹੜੀਆਂ ਧਰਤੀ ਆ ਉਹ ਇੰਨੀ ਅਟਰੈਕਟਿਵ ਆ ਕਿ ਸਾਨੂੰ ਵਾਕਈ ਉਹ ਮਟੀਰੀਅਲਿਸਟਿਕ ਚੀਜ਼ ਇੱਕ ਵਾਰੀ ਸਾਨੂੰ ਭੁਲਾ ਦਿੰਦੀ ਆ ਸਾਰਾ ਕੁਝ। ਕਿ ਹਾਂ, ਤੁਸੀਂ ਦੁਬਈ ਦੇਖ ਲਓ, ਪੂਰਾ ਮੈਨ ਮੇਡ ਹੈਗਾ ਹਨਾ, ਪੂਰਾ ਬੰਦੇ ਨੇ ਖੁਦ ਬਣਾਇਆ, ਪਰ ਫਿਰ ਵੀ ਮਟੀਰੀਅਲਿਸਟਿਕ ਚੀਜ਼ਾਂ 'ਚ ਅਸੀਂ ਧੱਸ ਜਾਂਦੇ ਹਾਂ ਕਿ ਨਹੀਂ, ਇਹੀ ਵਧੀਆ। ਆਪਣੇ ਅੱਛੇ ਖੇਤ, ਸਾਫ਼ ਹਵਾ ਛੱਡ ਕੇ ਅਸੀਂ ਜਿਹੜੇ ਆ ਜਾਣ ਨੂੰ ਤਿਆਰ ਆ। ਪਰ ਮੈਡਮ ਗੱਲ ਹੈ ਕਿ ਬਹੁਤ ਸਾਰੀ ਗੱਲਾਂ ਨੇ, ਸੁਵਿਧਾਵਾਂ ਨਹੀਂ ਮਿਲ ਪਾਉਂਦੀਆਂ। ਠੀਕ ਹੈ, ਬੱਚੇ ਕਹਿੰਦੇ ਕੋਈ ਗੱਲ ਨਹੀਂ ਬਾਪੂ 4 ਸਾਲ ਲਾ ਕੇ ਆਉਂਦੇ, 5ਵੇਂ ਸਾਲ ਤੈਨੂੰ ਵੀ ਖੜਾਂਗੇ ਆਪਾਂ। ਇਦਾਂ ਦੀ ਗੱਲਾਂ ਅਕਸਰ ਹੁੰਦੀਆਂ ਤੇ ਇਹਦੇ 'ਚ ਗਲਤ ਕੀ ਹੈ? ਇੱਕ ਚੰਗੀ ਜਗ੍ਹਾ ਤੇ ਲੈ ਕੇ ਜਾਣਾ, ਤੇ ਉਹ 'ਚ ਕੀ ਗਲਤੀ ਹੈ? ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਹੜੀ ਧਰਤੀ ਨੇ ਤੁਹਾਨੂੰ ਬਣਾਇਆ, ਠੀਕ ਹੈ, ਤੁਸੀਂ ਸਮਝੋ ਕਿ ਪੰਜਾਬ 'ਚ ਪਲੇ ਹੋ, ਤੁਸੀਂ ਪੰਜਾਬ ਦੀ ਧਰਤੀ ਤੋਂ ਆਪਾਂ ਕਿੱਥੇ ਖਾਣਾ ਖਾ ਰਹੇ ਹਾਂ, ਇੱਥੇ ਪਲ ਰਹੇ ਹਾਂ, ਇਹਦੀ ਆਬੋ ਹਵਾ ਯੂਜ਼ ਕਰ ਰਹੇ ਹਾਂ। ਮੇਰੀ ਸੋਚ ਇਹ ਆ, ਮੈਂ ਡਿਫਰ ਕਰ ਸਕਦੀ ਹਾਂ ਦੂਜਿਆਂ ਨਾਲੋਂ
ਕਿ ਉਸੇ ਨੂੰ ਵਾਪਸ ਦੇਣਾ ਜਿਹੜਾ ਬੜਾ ਜ਼ਰੂਰੀ ਆ। ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਇੱਕ ਬੱਚਾ ਅਮਰੀਕਾ 'ਚ ਪੈਦਾ ਹੋ ਜਾਂਦਾ ਹੈ, ਆਸਟ੍ਰੇਲੀਆ 'ਚ ਪੈਦਾ ਹੋ ਜਾਂਦਾ ਹੈ, ਜੇ ਤੁਸੀਂ ਉਹਨੂੰ ਕਹੋ ਕਿ ਨਹੀਂ ਸਾਡਾ ਦੇਸ਼ ਤੇ ਪੰਜਾਬ ਆ, ਤੂੰ ਇੱਥੇ ਆ, ਉਹ ਵੀ ਗਲਤ ਆ, ਠੀਕ ਹੈ, ਕਿਉਂਕਿ ਉਹ ਉਹਦੀ ਮਦਰਲੈਂਡ ਆ, ਉਹਨੂੰ ਵਾਪਸ ਦੇਣਾ ਜ਼ਰੂਰੀ। ਜਦੋਂ ਅਸੀਂ ਇੱਕ ਕੰਟਰੀ ਦੇ ਇੱਕ ਜਗ੍ਹਾ ਦੇ ਰਿਸੋਰਸ ਯੂਜ਼ ਕਰਕੇ, ਉਹਦੇ ਨੈਚੁਰਲ ਰਿਸੋਰਸ ਯੂਜ਼ ਕਰਕੇ ਤੇ ਸੇਵਾ ਦੂਜੇ ਕੰਟਰੀ 'ਚ ਕਰ ਰਹੇ ਆ, ਤੇ ਉਹ ਮੈਨੂੰ ਠੀਕ ਨਹੀਂ ਲੱਗਦਾ। ਪਰ ਬੰਦਾ ਇੱਥੇ ਕੀ ਕਰੂ? ਇੱਥੇ ਕੁਝ ਹੈ ਨਹੀਂ। +2 ਤੋਂ ਬਾਅਦ ਫਿਰ ਉਹੀ ਗੱਲ ਉਹੀ ਆ ਗਈ ਹੈ ਕਿ ਨਸ਼ੇ ਦਾ ਮੁੱਦਾ ਹੈ, ਬਹੁਤ ਸਾਰੇ ਮੁੱਦੇ ਅਸੀਂ ਉੱਤੇ ਡਿਸਕਸ ਨਹੀਂ ਕਰਾਂਗੇ, ਕਿਉਂਕਿ ਉਹ ਸਾਰੀ ਜਿਹੜੀ ਪੌੜੀਆਂ ਨੇ ਨਾ, ਉਹ ਸਾਰੀਆਂ ਬਾਹਰ ਨੂੰ ਹੀ ਜਾਂਦੀਆਂ। ਜਿਸ ਬੰਦੇ ਨੂੰ ਪੁੱਛੋ ਕਹਿੰਦਾ ਬਾਹਰ ਹੀ ਜਾਣਾ ਜੀ, ਪਰ ਸਵਾਲ ਹੈ ਕਿ ਇੱਥੇ ਕਰੂ ਕੀ ਨੌਜਵਾਨ? ਮੈਂ ਇਹੀ ਪੁੱਛਣਾ ਚਾਹਨੀ ਤੁਹਾਨੂੰ ਵੀ ਮੇਰਾ ਸਵਾਲ ਆ ਕਿ ਬਾਹਰ ਨਸ਼ਾ ਨਹੀਂ ਹੈਗਾ? ਅਮਰੀਕਾ ਵਰਗੀ ਕੰਟਰੀ ਦੇ ਵਿੱਚ ਜਿਹੜੇ ਲੋਕ ਅਮਰੀਕਾ ਰਹਿੰਦੇ ਨੇ, ਉੱਥੇ ਨਸ਼ਾ ਨਹੀਂ ਆ? ਉੱਥੇ ਲੋਕ ਨਹੀਂ ਡਿੱਗੇ ਹੁੰਦੇ ਥੱਲੇ? ਉੱਥੇ ਲੋਕ ਡਸਟਬਿਨ ਚੋਂ ਨਹੀਂ ਖਾਂਦੇ ਤੇ ਮੈਨੂੰ ਤਾਂ ਕਹੋ? ਉੱਥੇ ਸ਼ੈਲਟਰ ਹੋਮ ਨਹੀਂ ਹੈਗੇ ਤੇ ਫਿਰ ਮੈਨੂੰ ਕਹੋ? ਠੀਕ ਆ, ਅਸੀਂ ਠੀਕ ਆ, ਇਹ ਹੋ ਸਕਦਾ ਕਿ ਸਾਡੇ ਘਰਾਂ ਦੀ ਉੱਥੇ ਬਣਤਰ ਜ਼ਿਆਦਾ ਵਧੀਆ ਵਾ, ਅੰਗਰੇਜ਼ੀ ਜ਼ਿਆਦਾ ਬੋਲਦੇ ਆ, ਇਹਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਅੰਗਰੇਜ਼ੀ ਬੋਲਣ ਨਾਲ ਤੇ ਜਾਂ ਜ਼ਿਆਦਾ ਘਰਾਂ ਦੀ ਬਣਤਰ ਵਧੀਆ ਹੀ ਅਮੀਰੀ ਹੁੰਦੀ ਆ। ਮੈਂ ਪਹਿਲਾਂ ਵੀ ਹਮੇਸ਼ਾ ਦੱਸਦੀ ਕਿ ਇੱਕ ਚੰਗੀ ਔਲਾਦ ਹੋਣਾ ਵੀ ਅਮੀਰੀ ਹੁੰਦੀ ਆ, ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨਾ ਵੀ ਫਿਰ ਉਹੀ ਆਏਗਾ, ਚੰਗੀ ਔਲਾਦ ਕਰੂ ਕੀ ਜਦ ਮਾਹੌਲ ਹੀ ਗੰਦਾ ਹੋਊਗਾ? ਚੰਗੀ ਔਲਾਦ ਕੀ ਕਰੂਗੀ? ਫਿਰ ਅਸੀਂ ਵੀ ਤੇ ਕਰ ਹੀ ਰਹੇ ਨਾ। ਅਸੀਂ ਇੰਨੇ ਛੋਟੇ ਪਿੰਡਾਂ ਚੋਂ ਨਿਕਲ ਕੇ, ਮੈਂ ਇਕੱਲੀ ਨਹੀਂ ਆ, ਹਜ਼ਾਰਾਂ ਐਸੇ ਐਂਟਰਪ੍ਰੀਨਿਓਰਸ ਨੇ, ਐਸੇ ਬਿਜ਼ਨਸਮੈਨ ਨੇ, ਐਸੇ ਬੱਚੇ ਨੇ ਜਿਹੜੇ ਜੌਬ ਕਰ ਰਹੇ ਨੇ ਤੇ ਵਧੀਆ ਕੰਮ ਕਰ ਰਹੇ ਨੇ, ਠੀਕ ਹੈ। ਉਹ ਉਦਾਹਰਨਾਂ ਅਸੀਂ ਕਿਉਂ ਨਹੀਂ ਵੇਖਦੇ? ਠੀਕ ਹੈ, ਜਦੋਂ ਕੋਈ 올림픽ੀਅਨ ਬਣਦਾ ਸਾਡੇ ਪੰਜਾਬ 'ਚ, ਉਹਨੂੰ ਅਸੀਂ ਇਗਨੋਰ ਕਰ ਦਿੰਦੇ। ਜਦੋਂ ਕੋਈ ਸਾਡੇ ਪੰਜਾਬ ਦਾ IPS ਆਫੀਸਰ ਬਣਦਾ, ਉਹਨੂੰ ਇਗਨੋਰ ਕਰ ਦਿੰਦੇ। ਉਹਨੂੰ ਲੱਗਦਾ ਕਿ ਇਹਦੇ ਕੋਲ ਕੋਈ ਜਾਦੂ ਦੀ ਛੜੀ ਸੀ ਤੇ ਤਾਂ ਇਹ ਇਦਾਂ ਬਣ ਗਿਆ, ਠੀਕ ਹੈ। ਤੁਸੀਂ ਕਿਉਂ ਨਹੀਂ ਮੰਨਦੇ ਕਿ ਲੋਕ ਜਦੋਂ ਮਿਹਨਤ ਕਰਦੇ ਆ 10 ਸਾਲ ਤੇ ਉਹ ਵਾਕਈ ਕੁਝ ਬਣ ਜਾਂਦੇ ਨੇ? ਉਹਨਾਂ ਕੋਲ ਵੀ ਉਨੀਆਂ ਸਹੂਲਤਾਂ ਹੁੰਦੀਆਂ ਨੇ। ਤਾਂ ਫਿਰ ਵੀ ਨੌਜਵਾਨ, ਤੁਸੀਂ ਜਿਸ ਤਰ੍ਹਾਂ IT ਦੇ ਖੇਤਰ ਦੀ ਗੱਲ ਕੀਤੀ ਹੈ ਕਿ ਅਸੀਂ ਪੂਰੀ ਦੁਨੀਆ ਨੂੰ ਚਲਾ ਸਕਦੇ, ਮੈਂ ਤੁਹਾਡੇ ਸਵਾਲ ਤੁਹਾਡੇ ਤੇ ਹੀ ਕਰ ਰਿਹਾ। ਤੁਸੀਂ ਗੱਲ ਕੀਤੀ, ਪਰ ਕਿਵੇਂ ਚਲਾਉਣ? ਕੋਈ ਰਸਤਾ ਵੀ, ਵੇ ਆਊਟ ਵੀ ਤਾਂ ਹੋਣਾ ਚਾਹੀਦਾ ਨਾ, ਕੋਈ ਰਸਤੇ, ਕੋਈ ਜਾਣਕਾਰੀ ਦੇਣ ਵਾਲਾ ਹੋਣਾ ਚਾਹੀਦਾ। ਸਰਕਾਰਾਂ ਕੋਲੋਂ ਤੇ ਸਭ ਨੂੰ ਪਤਾ ਹੀ ਹੈ ਜੀ, ਸਭ ਕੁਝ ਸਰਕਾਰਾਂ ਕੋਲ ਟਾਈਮ ਨਹੀਂ, ਤੇ ਸਰਕਾਰਾਂ ਸਾਰੀਆਂ ਹੰਡਾ ਲਈਆਂ, ਤੇ ਹੁਣ ਫਿਰ ਨੌਜਵਾਨ ਕੀ ਕਰਨ? ਸਰਕਾਰਾਂ ਸਾਰੀਆਂ ਜਿਹੜੀਆਂ ਸਰਕਾਰਾਂ ਵਾ ਉਹ ਹੰਡਾ ਲੀਆਂ, ਇਹ ਵੀ ਗੱਲ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਪੰਜਾਬ ਵਿੱਚ ਮੈਨੂੰ ਵੀ ਕਈ ਵਾਰ ਲੱਗਦਾ ਜੀ ਕਿ ਜਿਵੇਂ ਮੈਂ ਇਕੱਲੀ ਹੀ ਇਸ ਟੌਪਿਕ ਤੇ ਬੋਲ ਰਹੀ ਹਾਂ, ਠੀਕ ਹੈ। ਸੋ ਤੇ ਜਦੋਂ ਲੋਕ ਬੋਲਦੇ ਨੇ ਫਿਰ ਉਹਨਾਂ ਨੂੰ 80% ਲੋਕ ਅੱਗੋਂ ਸੁਣਨਾ ਵੀ ਪੈਂਦਾ, ਜਿੱਦਾਂ ਮੈਨੂੰ ਵੀ ਸੁਣਨਾ ਪੈਂਦਾ, ਠੀਕ ਹੈ। ਬਟ ਫਿਰ ਵੀ ਮੈਂ ਜੇ ਮੇਰੇ ਅੰਦਰੋਂ ਪੁੱਛੋ ਤੇ ਆਪਣੇ ਵੱਲੋਂ ਇੱਕ ਸੈਕਰੀਫਾਈਸ ਹੀ ਸੋਚਦੀ ਹਾਂ ਕਿ ਇਹ ਕਰਨਾ ਪੈਣਾ ਵਾ ਤਾਂ ਕਿ ਅਸੀਂ ਕੁਝ ਲੋਕਾਂ ਦੀ ਸੋਚ ਜਿਹੜੀ ਹੈ ਬਦਲ ਸਕੀਏ। ਜਦੋਂ ਮੈਂ ਮਿਸ਼ਨ PR ਪੰਜਾਬ ਪਾਇਆ, ਉਹਦੇ ਥੱਲੇ ਦੇਖੋ ਕਿ ਕਿੰਨੇ ਕਮੈਂਟਸ ਆ, ਲੱਖਾਂ ਲੋਕਾਂ ਨੇ ਜਿਹੜਾ ਵਾ ਉਹਨੂੰ ਲਾਈਕ ਕੀਤਾ ਵਾ, ਉਹਦੇ ਤੇ ਕਮੈਂਟ ਕੀਤੇ ਨੇ, ਆਪਣੀਆਂ ਸਟੋਰੀਜ਼ ਭੇਜੀਆਂ ਨੇ। ਜੇ ਪੰਜਾਬ ਦੇ ਵਿੱਚ ਪੋਜ਼ਿਟਿਵ ਯੂਥ ਨਾ ਹੁੰਦਾ ਤੇ ਉਹ ਨਾ ਭੇਜਦਾ ਮੈਨੂੰ ਸਟੋਰੀ, ਮੈਨੂੰ ਨਾ ਟੈਗ ਕਰਤਾ, ਠੀਕ ਹੈ। ਸੋ ਇਹ ਬਹੁਤ ਟੈਗਿੰਗ ਤੋਂ ਬਾਹਰ ਵੀ ਇੱਕ ਦੁਨੀਆ ਹੈ ਕਿ ਉਹਨਾਂ ਨੂੰ ਇੱਕ ਚੰਗਾ ਰਸਤਾ, ਕਮਾਈ ਦਾ ਸਾਧਨ ਉਹ ਦੇਣ ਦਾ, ਉਹਦੇ ਵਾਸਤੇ ਕੁਝ ਕਰ ਰਹੇ ਹੋ? ਕਿਉਂਕਿ ਸਾਡੇ ਪੰਜਾਬ 'ਚ ਛੋਟੇ ਕੰਮ ਨੂੰ ਛੋਟਾ ਹੀ ਸਮਝਿਆ ਜਾਂਦਾ। ਜਦੋਂ ਸਾਨੂੰ 15,000 ਮਿਲਦਾ ਤੇ ਸਾਨੂੰ ਲੱਗਦਾ ਕਿ ਬਹੁਤ ਘੱਟ ਆ, ਠੀਕ ਹੈ। ਤੇ ਉਹ ਇਹੀ ਗੱਲ ਆ ਕਿ ਜਦੋਂ ਸਾਨੂੰ ਇਹੀ ਪੈਸੇ ਬਾਹਰ ਮਿਲਦੇ ਨੇ ਤੇ ਸਾਨੂੰ ਲੱਗਦਾ ਕਿ ਹਾਂ ਵੀ ਇਹ ਪੈਸੇ ਨਾਲ ਅਸੀਂ ਜਿਹੜਾ ਚੀਜ਼ਾਂ ਨੂੰ ਜਿਹੜਾ ਉਹ ਤੋਲਦੇ ਆ। ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਆਪਣੀ એનર્ਜੀ, ਆਪਣਾ ਟਾਈਮ, ਆਪਣੀ ਪੜ੍ਹਾਈ ਅਸੀਂ ਆਪਣੇ ਕੰਟਰੀ 'ਚ ਵੀ ਇਨਵੈਸਟ ਕਰਦੇ ਹਾਂ ਤੇ ਲੱਖਾਂ ਅਸੀਂ ਇੱਥੇ ਵੀ ਕਮਾ ਸਕਦੇ। ਤੁਸੀਂ ਮੈਨੂੰ ਦੱਸੋ, ਇੱਥੇ ਨਹੀਂ ਲੋਕ ਹੈਗੇ ਕਿ ਜਿਹੜੇ ਮਹੀਨੇ ਦਾ ਲੱਖਾਂ ਰੁਪਇਆ ਕਮਾ ਰਹੇ ਨੇ? ਨਹੀਂ, ਪਰ ਬਾਕੀ ਨੌਜਵਾਨ, ਪਿੰਡਾਂ ਦਾ ਨੌਜਵਾਨ ਕੀ ਕਰੇ? ਅਸੀਂ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ। ਪਿੰਡਾਂ ਦਾ ਨੌਜਵਾਨ ਜਿਹੜੀ ਹੈ ਉਦਾਹਰਨ ਲਵੇ, ਸਾਡੇ ਵਰਗਿਆਂ ਤੋਂ ਲਵੇ, ਠੀਕ ਹੈ। ਬਾਕੀ ਮੈਂ ਸੋਚਦੀ ਹਾਂ ਕਿ ਜੇ ਤੁਸੀਂ 3-4 ਸਾਲ, 5 ਸਾਲ, 10 ਸਾਲ ਬਾਹਰ ਜਾਣਾ ਵੀ ਆ ਤੇ ਤੁਸੀਂ ਜਾ ਸਕਦੇ ਹੋ, ਪਰ ਤੁਸੀਂ ਮੁੜ ਕੇ ਤੇ ਇੱਥੇ ਆਓ ਨਾ। ਤੁਸੀਂ ਸਾਰਾ ਕੁਝ ਚੁੱਕ ਕੇ ਜਿਹੜਾ ਵਾ ਉੱਥੇ ਨਾ ਲੈ ਜਾਓ। ਫਿਰ ਤੁਸੀਂ ਦੋ ਦੇਸ਼ਾਂ ਦਾ ਤਾਲਮੇਲ ਬਣਾਓ। ਸਮਝੋ ਕਿ ਇੱਕ ਇੱਥੇ ਲਾਗੇ ਪਿੰਡ ਹੈਗਾ ਡੇਰੀਵਾਲ, ਠੀਕ ਹੈ। ਉਸ ਪਿੰਡ ਦੀਆਂ ਮਸ਼ਰੂਮ ਬਹੁਤ ਫੇਮਸ ਆ, ਹਰ ਘਰ ਮਸ਼ਰੂਮ ਦੀ ਖੇਤੀ ਕਰ ਰਿਹਾ। ਇੱਥੋਂ 10 ਕਿਲੋਮੀਟਰ ਵੀ ਨਹੀਂ ਹੋਣਾ, ਠੀਕ ਹੈ। ਤੇ ਜੇ ਤੁਸੀਂ ਦੁਬਈ ਰਹਿੰਦੇ ਹੋ ਤੇ ਫਿਰ ਕਰੋ ਨਾ ਐਕਸਪੋਰਟ ਮਸ਼ਰੂਮ, ਆਪਣੇ ਪਿੰਡ ਨੂੰ ਸਪੋਰਟ ਕਰੋ। ਸਾਡਾ ਪੰਜਾਬੀ ਜਦੋਂ ਬਾਹਰ ਚਲ ਜਾਂਦਾ, ਰਸਤਾ ਨਹੀਂ ਖੋਲਦੀਆਂ, ਸਰਕਾਰ ਰਸਤਾ ਨਹੀਂ ਖੋਲਦੇ, ਤੁਸੀਂ ਦੂਸਰੇ ਪਾਸੇ ਆਓ। ਕਿਉਂਕਿ ਠੀਕ ਹੈ, ਤੁਸੀਂ ਇੱਕ ਵਧੀਆ ਐਸਟੈਬਲਿਸ਼ਮੈਂਟ ਕੀਤੀ ਹੈ, ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹੋ, ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ। ਪਰ ਦੂਸਰੇ ਪਾਸੇ ਸਵਾਲ ਆਇਆ ਕਿ ਹਰ ਕੋਈ ਬੰਦਾ, ਮੇਰਾ ਸਵਾਲ ਹੈ, ਮਨਦੀਪ ਕੌਰ ਟਾਂਗਰਾ ਨਹੀਂ ਹੈ, ਮਨਦੀਪ ਕੌਰ ਟਾਂਗਰਾ ਇੱਕ ਨੇ, ਕਿਉਂ ਹੋਰ ਮਨਦੀਪ ਕੌਰ ਟਾਂਗਰਾ ਨਹੀਂ ਬਣ ਸਕੀਆਂ? ਬਹੁਤ ਸਾਰੇ ਸਵਾਲ ਹੈ, ਚੈਲੰਜਸ ਬਹੁਤ ਜ਼ਿਆਦਾ ਨੇ। ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਵਿਜ਼ਨ ਅੱਛਾ ਹੈ, ਪਰ ਅਸੀਂ ਮੁਸ਼ਕਲਾਂ ਤੁਹਾਡੇ ਅੱਗੇ ਇਸ ਕਰਕੇ ਦੱਸ ਰਹੇ ਹਾਂ ਕਿ ਸ਼ਾਇਦ ਉਸ ਦਾ ਕੋਈ ਹੱਲ ਨਿਕਲ ਸਕੇ। ਇਹ ਮੁਸ਼ਕਲਾਂ ਉਦੋਂ ਹੀ ਹੱਲ ਹੋਣਗੀਆਂ ਜਦੋਂ ਸਾਡਾ ਧਿਆਨ ਸਰਕਾਰਾਂ ਵੱਲ, ਉਹਨਾਂ ਦੀਆਂ ਪਾਲਿਸੀਜ਼ ਵੱਲ ਤੇ ਬੈਂਕ ਵੱਲ ਤੇ ਲੋਕਾਂ ਵੱਲੋਂ ਹਟੇਗਾ, ਠੀਕ ਹੈ ਨਾ। ਇਹ ਮੁਸ਼ਕਲਾਂ ਉਦੋਂ ਠੀਕ ਹੋਣਗੀਆਂ। ਮੇਰੇ ਪੈਰਾਂ ਤੋਂ ਸਮਝੋ, ਮੇਰੇ ਪੈਰਾਂ, ਸੋਚਣ ਨੌਜਵਾਨ ਕੀ ਸੋਚਣ, ਉਹ ਆਪਣੇ ਅੰਦਰ ਉਹ ਊਰਜਾ ਪੈਦਾ ਕਰਨ ਕਿ ਮੈਂ ਖੁਦ ਕੀ ਕਰ ਸਕਦਾ, ਠੀਕ ਹੈ। ਆਪਣੇ ਆਸ-ਪਾਸ ਤੋਂ ਉਦਾਹਰਨਾਂ ਲੈਣ ਕਿ
ਜਿੱਦਾਂ ਸਾਡੇ ਆਪਣੇ ਫਾਰਮਸ ਆ ਹਨਾ, ਉੱਥੇ ਉਹ ਤੇ ਅਸੀਂ ਉੱਥੇ ਦੂਜੇ ਬੰਦੇ ਲਾ ਕੇ ਤੇ ਆਪ ਅਸੀਂ ਵਿਹਲੇ ਬੈਠੇ ਹੋਏ ਆ, ਠੀਕ ਆ। ਉੱਥੇ ਸੋਚਣ ਕੀ ਕਰ ਸਕਦੇ, ਆਪਣਾ ਸੋਸ਼ਲ ਮੀਡੀਆ ਪੋਜ਼ਿਟਿਵਲੀ ਯੂਜ਼ ਕਰਨ। ਕਿਤਾਬ ਕਿੰਨੀ ਕੁ ਮਹਿੰਗੀ ਹੁੰਦੀ, ਉਹਨੂੰ ਪੜਨ, ਲੋਕਾਂ ਨੂੰ ਮਿਲਣ, ਜਿੰਨੇ ਅੱਗੇ ਵਧਣਾ ਉਹਨੇ ਪਿੰਡ ਚੋਂ ਨਿਕਲ ਕੇ ਵੀ ਵੱਧ ਜਾਣਾ। ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਦੋਂ ਕੋਈ ਤਰੱਕੀ ਕਰ ਲੈਂਦਾ ਉਦੋਂ ਹੀ ਕਹਿੰਦਾ ਲੋਕ ਕਹਿੰਦੇ ਕਿ ਹਾਂ ਵੀ ਇਹਦੀ ਕਿਸਮਤ ਚੰਗੀ ਆ, ਠੀਕ ਆ। ਪਰ ਜੇ ਤੁਸੀਂ ਮਿਹਨਤ ਕਰੋਗੇ, ਜਦੋਂ ਤੁਸੀਂ ਦਿਨ 'ਚ ਦੇਣੇ 20 ਘੰਟੇ ਆਪਣੇ ਆਪ ਨੂੰ, ਤੇ ਤੁਸੀਂ ਕਿਉਂ ਨਹੀਂ ਅੱਗੇ ਜਾ ਸਕਦੇ, ਠੀਕ ਹੈ। ਉਸ ਤੋਂ ਬਾਅਦ ਮੈਂ ਤੇ ਹਮੇਸ਼ਾ ਹੀ ਵੈਲਕਮ ਕੀਤਾ ਹੈ ਨੌਜਵਾਨਾਂ ਨੂੰ, ਠੀਕ ਆ। ਮੇਰੇ ਕੋਲ ਜਿੰਨੇ ਸਮਝੋ ਕਿ 2-4 ਜਾਣੇ ਅਟੈਂਡ ਵੀ ਹੁੰਦੇ ਤੇ ਮੈਂ ਅਟੈਂਡ ਵੀ ਕਰ ਦਿੰਦੀ ਕਿ ਅਸੀਂ ਇਦਾਂ ਕਰਦੇ। ਬਾਕੀ ਆਪਣਾ ਇੱਕ ਵਕਤ ਜਿਹੜਾ ਦੇਣਾ ਹੀ ਪੈਣਾ, ਇੱਕ ਆਪਣੀ ਪੰਜਾਬ ਨੂੰ ਸਾਨੂੰ 10 ਸਾਲ 20 ਸਾਲ ਦੇਣੇ ਪਰ ਪੈਣੇ। ਟ੍ਰੈਂਡ ਕਿਵੇਂ ਖਤਮ ਹੋਊਗਾ ਪੰਜਾਬ ਦੇ ਵਿੱਚ? ਕਹਿੰਦੇ ਜਦੋਂ ਸੜਕਾਂ ਤੇ ਜਾਈਦਾ ਨਾ ਤੇ ਸਿਰਫ ਬੋਰਡ ਨਜ਼ਰ ਆਉਂਦੇ ਆਇਲਸ ਦੇ, ਤੇ ਦੂਜਾ ਵਿਦੇਸ਼ ਜਾਓ। ਇਹ ਬੋਰਡ ਤੋਂ ਇਲਾਵਾ ਕੋਈ ਪੰਜਾਬ 'ਚ ਬੋਰਡ ਨਜ਼ਰ ਨਹੀਂ ਆਉਂਦਾ, ਔਰ ਇੰਡਸਟਰੀ ਜਿਹੜੀ ਹੈ ਇਹ ਪ੍ਰਫੁੱਲਿਤ ਹੋ ਰਹੀ ਹੈ। ਸਰ ਅੱਜ ਤੁਸੀਂ ਦੇਖੋ ਕਿ ਜਦੋਂ ਕੋਈ ਕਿਸੇ ਨੂੰ ਮੈਂ ਕਹਿੰਨੀ ਕਿ ਜਦੋਂ ਅਸੀਂ ਕਿਸੇ ਤਰ੍ਹਾਂ ਦੀ ਵੀ ਗੱਲ ਕਰਦੇ ਕਿ ਜਦੋਂ ਕਿਸੇ ਨੂੰ ਫੋਲੋ ਕਰਨ ਲੱਗ ਪੈਂਦਾ, ਪਹਿਲਾਂ ਤੇ ਉਹਦੇ ਮੰਮੀ ਪਾਪਾ ਫੋਲੋ ਕਰਦੇ ਆ, ਠੀਕ ਆ। ਤੇ ਉਸ ਤੋਂ ਬਾਅਦ ਜਦੋਂ ਉਹਦੇ ਬੱਚੇ ਵੀ ਫੋਲੋ ਕਰਨ ਲੱਗ ਪੈਂਦੇ, ਜਦੋਂ ਪੀੜ੍ਹੀ ਲੰਘ ਜਾਂਦੀ ਹੈ ਤੇ ਫਿਰ ਉਹ ਚੀਜ਼ ਕੰਟਰੋਲ ਨਹੀਂ ਹੋ ਸਕਦੀ। ਉਹੀ ਚੀਜ਼ ਇੱਥੇ, ਠੀਕ ਹੈ, ਕਿ ਜਦੋਂ ਪੇਰੈਂਟਸ ਚਲ ਗਏ ਤੇ ਉਸ ਤੋਂ ਬਾਅਦ ਬੱਚੇ ਵੀ ਉੱਥੇ ਚਲ ਗਏ ਤੇ ਉਹ ਜਿਹੜੀ ਚੀਜ਼ ਆ ਕੰਟਰੋਲ ਨਹੀਂ। ਹੁਣ ਜਿਹੜੇ ਚੱਲ ਗਏ ਉਹ ਤੇ ਚੱਲ ਗਏ। ਸਾਡਾ ਮਿਸ਼ਨ ਤੇ ਫਿਰ ਮੈਂ ਕਹਿ ਰਹੀ ਹਾਂ ਸਿਰਫ ਉਹਨਾਂ ਲਈ ਜਿਹੜੇ ਇੱਥੇ ਹੀ ਨੇ, ਠੀਕ ਹੈ ਨਾ। ਜਿਹੜੇ ਚੱਲ ਗਏ ਉਹ ਚੱਲ ਗਏ। ਉਸ ਤੋਂ ਬਾਅਦ ਜਿਹੜੇ ਆਇਲ ਸੈਂਟਰ ਦੀ ਤੁਸੀਂ ਗੱਲ ਕੀਤੀ, ਮੈਨੂੰ ਦੇਖੋ ਵਿਦੇਸ਼ੀ ਪੜ੍ਹਾਈ ਤੇ ਡਾਕਟਰ ਮਨਮੋਹਨ ਸਿੰਘ ਨੇ ਵੀ ਕੀਤੀ ਆ, ਵਿਦੇਸ਼ੀ ਪੜ੍ਹਾਈ ਤੇ ਏਪੀਜੇ ਅਬਦੁਲ ਕਲਾਮ ਨੇ ਵੀ ਕੀਤੀ ਆ, ਠੀਕ ਆ। ਵਧੀਆ ਤੋਂ ਵਧੀਆ ਲੋਕ ਜਿਹੜੇ ਜਿਨ੍ਹਾਂ ਨੇ ਦੇਸ਼ ਸੰਭਾਲੇ ਨੇ, ਉਹਨਾਂ ਨੇ ਵੀ ਵਿਦੇਸ਼ੀ ਪੜ੍ਹਾਈ ਕੀਤੀ। ਤੇ ਤੁਸੀਂ ਪੜ੍ਹ ਕੇ ਤੇ ਵਾਪਸ ਆਓ ਨਾ, ਇਹੀ ਤੇ ਮੈਂ ਕਹਿ ਰਹੀ। ਪੜ੍ਹ ਕੇ ਜੇ ਕੋਈ ਸਮਝੋ ਕਿ ਆਈਟੀ ਦੀ ਗੱਲ ਕਰ ਲਓ ਜਾਂ ਫੂਡ ਟੈਕਨੋਲੋਜੀ ਦੀ ਗੱਲ ਕਰੋ, ਜਦੋਂ ਤੁਸੀਂ ਪੜ੍ਹ ਲਿਆ ਸਿੱਖ ਲਿਆ, ਕਿਉਂ ਨਹੀਂ ਤੁਸੀਂ ਇੱਥੇ ਕਰ ਸਕਦੇ? ਮਤਲਬ ਉਹ ਚੀਜ਼ ਮਾਹੌਲ ਨਹੀਂ ਮਿਲ ਪਾਉਂਦਾ, ਬਹੁਤ ਸਾਰੀਆਂ ਮੁਸ਼ਕਲਾਂ ਨੇ। ਇੰਨੇ ਸੋਹਣੀਆਂ ਰੁੱਤਾਂ ਸਾਡੀਆਂ, ਮੈਨੂੰ ਤਾਂ ਪਤਾ ਨਹੀਂ ਕਿ ਕੀ ਮਾਹੌਲ ਚਾਹੀਦਾ। ਮੈਨੂੰ ਤੁਸੀਂ ਤੇ ਉਸ ਬੰਦੇ ਨਾਲ ਗੱਲ ਕਰ ਰਹੇ ਹੋ ਜਿੰਨੇ ਵਾਕਈ ਵਿਦੇਸ਼ ਘੁੰਮਿਆ, ਦੁਨੀਆ ਦੇਖੀ ਹੈ, ਠੀਕ ਆ। ਇੱਥੇ ਇਦਾਂ ਨਹੀਂ ਕਿ ਬਰਫ਼ ਪੈ ਗਈ ਹੈ ਨਾ, ਕਿ ਇੰਨੇ ਸੈਂਟੀਮੀਟਰ ਇੰਚ ਤੇ ਮੁੜ ਕੇ ਸਾਡੇ ਕੋਲ ਹਿੱਲਿਆ ਨਾ ਗਿਆ ਤੇ 4 ਦਿਨ ਅਸੀਂ ਬਾਹਰ ਨਾ ਗਏ, ਓਵਰ ਠੰਡ ਹੋ ਗਈ, ਓਵਰ ਗਰਮੀ ਹੋ ਗਈ, ਠੀਕ ਹੈ। ਇੰਨੀਆਂ ਸੋਹਣੀਆਂ ਰੁੱਤਾਂ ਨੇ। ਸਾਡਾ ਜਿਹੜਾ ਮੈਂਟਲ ਸਟੇਟਸ ਆ, ਸਾਡਾ ਜਿਹੜਾ ਦਿਮਾਗ ਆ, ਉਹ ਹਮੇਸ਼ਾ ਹੀ ਇੱਕ ਕੰਟੀਨਿਊਟੀ 'ਚ ਰਹਿੰਦਾ ਕਿ 365 ਡੇਜ਼ ਕੰਮ ਕਰ ਸਕਦੇ ਪੰਜਾਬ ਵਰਗੇ ਸਟੇਟ ਦੇ ਵਿੱਚ, ਠੀਕ ਆ। ਫਿਰ ਵੀ ਅਸੀਂ ਜੇ ਕੰਪਲੇਨ ਹੀ ਕਰੀ ਜਾਵਾਂਗੇ, ਠੀਕ ਹੈ, ਤੇ ਉਹ ਅਸੀਂ ਆਪਣੀ એનર્ਜੀ ਆਪੇ ਲੂਜ਼ ਕਰ ਚੁੱਕਣਾ ਚਾਹੀਦਾ। ਪਹਿਲਾ ਸਟੈਪ ਕੀ ਚੁੱਕਣਾ ਚਾਹੀਦਾ? ਇੱਕ 2-3 ਸੁਜੈਸ਼ਨ ਤੁਸੀਂ ਦਿਓ ਕਿ 2-4 ਸੁਜੈਸ਼ਨ ਜਿਹੜੇ ਕਿ ਨੌਜਵਾਨ ਕਰਨ, ਜਿਹੜੇ ਕਿ ਆਫਟਰ ਆਲ 10th ਜਾਂ +2 ਦੇ ਵਿੱਚ ਨੇ, ਉਹ ਕਿਹੜੇ ਐਸੇ ਸੁਜੈਸ਼ਨ ਕਰਨ ਕਿ ਜਿੰਨਾ ਤੁਹਾਡਾ ਮਿਸ਼ਨ ਪੀਆਰ ਪੰਜਾਬ ਵੀ ਜਿਹੜਾ ਸਕਸੈਸਫੁਲ ਹੋਵੇ, ਤੇ ਦੂਸਰਾ ਬੱਚੇ ਜਿਹੜੇ ਪੰਜਾਬ 'ਚ ਰਹਿ ਸਕਣ। ਹਾਂ, ਪਹਿਲੀ ਗੱਲ ਤੇ ਇਹ ਕਿ ਸੋਚ ਬਦਲਣ ਦੀ ਬਹੁਤ ਲੋੜ ਆ, ਠੀਕ ਹੈ। ਇੱਥੋਂ ਹੀ ਸ਼ੁਰੂ ਹੋਣਾ। ਤੇ ਆਪਾਂ ਕਹਿੰਦੇ ਨਾ ਕਿ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ, ਗੱਲ ਤੇ ਫਿਰ ਉੱਥੇ ਹੀ ਆ ਜਾਣੀ ਆਪਾਂ ਘੁੰਮ ਫਿਰ ਕੇ, ਠੀਕ ਆ। ਸੋ ਨਾਮ ਜਪਣਾ ਦੇ ਵਿੱਚ ਇੱਕ ਪਾਰਟ ਜਿਹੜਾ ਉਹਦਾ 1% ਇਹ ਵੀ ਹੈਗਾ ਕਿ ਵਿਸ਼ਵਾਸ ਕਰੋ। ਵਿਸ਼ਵਾਸ ਕਰੋ ਕਿ ਰੱਬ ਹੈ, ਵਿਸ਼ਵਾਸ ਕਰੋ ਕਿ ਤੁਸੀਂ ਕਰ ਸਕਦੇ ਹੋ। ਜ਼ਿਆਦਾ ਬੱਚੇ ਜਿਹੜੇ ਆ ਉਹ ਕੌਨਫੀਡੈਂਟ ਨਹੀਂ ਰਹਿੰਦੇ, ਠੀਕ ਹੈ। ਜ਼ਿਆਦਾ ਬੱਚੇ ਜਿਹੜੇ ਆ ਉਹਨੂੰ ਆਪਣੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਕਿ ਅਸੀਂ ਇੱਥੇ ਵੀ ਕਰ ਸਕਦੇ। ਸੋ ਵਿਸ਼ਵਾਸ ਕਰਨਾ ਜਿਹੜਾ ਬਹੁਤ ਜ਼ਰੂਰੀ ਆ। ਸੈਕਿੰਡ ਕਿ ਤੁਸੀਂ ਪੜ੍ਹਾਈ ਜਿਹੜੀ ਆ ਉਹ ਜ਼ਰੂਰੀ ਨਹੀਂ ਕਿ ਇੰਸਟੀਚਿਊਟ ਤੇ ਡਿਪੈਂਡ ਕਰਦੀ ਆ। ਆਪ ਵੀ ਅਸੀਂ ਬੜਾ ਅੱਛਾ ਪੜ੍ਹ ਸਕਦੇ ਹਾਂ। ਇੰਨੇ ਇੰਜੀਨੀਅਰਸ ਨੇ ਜਿਹੜੇ ਕਿ ਕਾਲਜ ਦੀ ਬੀਟੈਕ ਤੇ ਡਿਪੈਂਡ ਨਹੀਂ ਆ, ਉਹ ਖੁਦ ਸਿੱਖ ਲੈਂਦੇ ਨਵੀਆਂ ਲੈਂਗੁਏਜਸ, ਖੁਦ ਨਵੇਂ ਕੋਰਸ ਕਰ ਲੈਂਦੇ। ਆਨਲਾਈਨ ਅੱਜ ਕੱਲ੍ਹ ਸਾਰਾ ਕੁਝ ਅਵੇਲੇਬਲ ਆ। ਸੋ ਆਪ ਖੁਦ ਮਿਹਨਤ ਕਰਨ ਦੀ ਜਿਹੜੀ ਆ ਬਹੁਤ ਜ਼ਰੂਰਤ ਆ। ਤੇ ਜਿਹੜੀਆਂ ਸਕਸੈਸਫੁਲ ਐਗਜ਼ਾਮਪਲਸ ਨੇ ਸਾਡੇ ਪੰਜਾਬ ਦੀਆਂ ਹੀ, ਉਹਨਾਂ ਨੂੰ ਮਿਲਖਾ ਸਿੰਘ ਹੁਣ ਪੰਜਾਬ ਤੋਂ ਹੀ ਨਿਕਲੇ ਨੇ, ਫਾਸਟੈਸਟ ਰਨਰ ਆਫ ਦੀ ਵਰਲਡ ਪੰਜਾਬ ਤੋਂ ਆ, ਤੇ ਫਿਰ ਹੋਰ ਕਿਹੜੀ ਉਦਾਹਰਨ ਚਾਹੀਦੀ ਆ? ਵਿਰਾਟ ਕੋਹਲੀ ਦਿੱਲੀ ਤੋਂ ਹੀ ਹੈ, ਪੂਰਾ ਇੰਡੀਆ ਆਮ ਘਰਾਂ ਦੇ ਬੱਚੇ ਆ, ਆਮ ਘਰਾਂ ਦੇ ਬੱਚੇ। ਜਾਂ ਤੇ ਹੋਵੇ ਕਿ ਪਿੱਛੇ ਬਹੁਤ ਅਮੀਰ ਸੀ, ਉਹਨਾਂ ਦੇ ਪਾਪਾ। ਆਪਣੀ ਸੋਚ ਬਦਲਣ ਦੀ ਲੋੜ ਹੈ, ਸੋਚ ਬਦਲਣ ਦੀ ਲੋੜ ਆ। ਯੂਥ ਨੂੰ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਲੋੜ ਆ, ਤੇ ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਹਾਈਲਾਈਟ ਕਰਨ ਦੀ ਲੋੜ ਆ। ਤੇ ਦੁਨੀਆ ਘੁੰਮੋ, ਜਿੱਥੇ ਮਰਜ਼ੀ ਜਾ ਕੇ ਪੜੋ, ਪਰ ਜਿਹੜੇ ਵੀ ਦੇਸ਼ 'ਚ ਤੁਸੀਂ ਚੱਲ ਗਏ ਹੋ, ਉਹਦਾ ਜਿਹੜਾ ਪੰਜਾਬ ਨਾਲ ਸਿੰਕ ਬਣਾਉਣ ਦੀ ਬੜੀ ਲੋੜ ਹੈ ਕਿ ਦੋਨੋਂ ਜਗ੍ਹਾ ਤੁਸੀਂ ਰਹਿ ਰਹੇ ਹੋ, ਦੋਨੋਂ ਜਗ੍ਹਾ ਤੁਸੀਂ ਬਿਜ਼ਨਸ ਕਰ ਰਹੇ ਹੋ। ਪਲੱਸ ਪੜ੍ਹ ਕੇ ਜਾਂ ਜੋ ਵੀ ਤੁਸੀਂ ਬਿਜ਼ਨਸ ਸੈਟਅਪ ਕੀਤਾ, ਵਾਪਸ ਵੀ ਆਓ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਤੁਹਾਡੇ ਚੈਨਲ ਦੇ ਥਰੂ ਕਿ ਇਹੋ ਜਿਹੀਆਂ ਬਹੁਤ ਉਦਾਹਰਨਾਂ ਨੇ ਜਿਹੜੇ ਤੁਸੀਂ ਮੇਰੇ ਪੇਜ ਤੇ ਵੀ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਜਿਹੜੇ ਬਾਹਰ ਵੀ ਰਹਿੰਦੇ ਤੇ ਇੱਥੇ ਵੀ ਰਹਿੰਦੇ, ਉਹਨਾਂ ਦੇ ਕਾਰੋਬਾਰ ਬਾਹਰ ਵੀ ਹੈ ਤੇ ਇੱਥੇ ਵੀ ਆ। ਇਸ ਚੀਜ਼ ਨੂੰ ਹੁੰਦੇ ਨਾ ਡੂਅਲ ਪੀਆਰ ਬਣ। ਬਸ ਇੱਥੋਂ ਮੈਂ ਇਹ ਕਹਿੰਦੀ ਕਿ ਚੁੱਕ ਕੇ ਸਾਰਾ ਕੁਝ ਉੱਥੇ ਨਾ ਮੂਵ ਹੋ ਜਾਓ, ਪੇਰੈਂਟਸ ਨੂੰ ਇੱਥੇ ਨਾ ਛੱਡ ਜਾਓ ਤੁਸੀਂ। ਸ਼ੁਕਰੀਆ। ਤਾਂ ਸਰ ਮਨਦੀਪ ਕੌਰ ਟਾਂਗਰਾ, ਮਿਸ਼ਨ ਪੀਆਰ ਪੰਜਾਬ, ਜੋ ਕਿ ਅੱਜ ਕੱਲ੍ਹ ਇੱਕ ਹੈਸ਼ਟੈਗ ਚੱਲ ਰਿਹਾ ਹੈ, ਤਾਂ ਉਸ ਮੁਹਿੰਮ ਨੂੰ ਸ਼ੁਰੂ ਕੀਤਾ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਨੌਜਵਾਨ ਇੱਥੇ ਰਹਿਣ, ਬੱਚੇ ਇੱਥੇ ਰਹਿਣ। ਠੀਕ ਹੈ, ਵਿਦੇਸ਼ ਜਾਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ, ਲੇਕਿਨ
ਵਿਦੇਸ਼ ਜਾਣ ਦਾ ਸਿਰਫ ਇੱਕ ਸੁਪਨਾ ਹੀ ਪੂਰਾ ਕਰੋ, ਲੇਕਿਨ ਐਸਟੈਬਲਿਸ਼ਮੈਂਟ ਜਿਹੜੀ ਹੈ ਤੁਹਾਨੂੰ ਆਪਣੇ ਪਿੰਡਾਂ 'ਚ ਕਰਨੀ ਚਾਹੀਦੀ ਹੈ। ਜਿਸ ਤਰੀਕੇ ਨਾਲ ਉਹਨਾਂ ਵੱਲੋਂ ਇੱਕ ਛੋਟੇ ਜਿਹੇ ਪਿੰਡ ਤੋਂ ਖੜੇ ਹੋ ਕੇ ਇਸ ਦੁਨੀਆ 'ਚ ਪਹੁੰਚੇ ਨੇ, ਤੇ ਉਹ ਚਾਹੁੰਦੇ ਨੇ ਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਆਉਣ ਤਾਂ ਕਿ ਪੰਜਾਬ ਜਿਹੜਾ ਹੱਸਦਾ ਖੇਡਦਾ ਪੰਜਾਬ ਰਵੇ ਔਰ ਪੰਜਾਬ ਦੇ ਲੋਕ ਪੰਜਾਬ 'ਚ ਰਹਿਣ, ਜਿਹਦੇ ਨਾਲ ਕਿ ਪੰਜਾਬ ਦੀ ਆਉਣ ਵਾਲੀ ਨਸਲ, ਆਉਣ ਵਾਲੀ ਪੀੜ੍ਹੀ, ਉਸ ਨੂੰ ਬਚਾਇਆ ਜਾ ਸਕੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।